TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਕੇਂਦਰ ਵੱਲੋਂ MSP ਅਤੇ ਹੋਰ ਖੇਤੀ ਮੁੱਦਿਆਂ ਤੇ ਕਮੇਟੀ ਦਾ ਗਠਨ। ਪੰਜਾਬ ਪੁਲਿਸ ਸਵਾਲਾਂ ਦੇ ਘੇਰੇ 'ਚ ਸਿੱਧੂ ਮੂਸੇਵਾਲਾ ਦੇ ਕਾਤਲ ਪੰਜਾਬ ਵਿੱਚ ਮੌਜੂਦ। ਭੁਪਿੰਦਰ ਹਨੀ ਫਿਰ ਫਸਿਆ ਕਸੂਤਾ। ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਆਪਣੀ ਤਨਖਾਹ ਪੰਜਾਬੀ ਵਿਦਿਆਰਥੀਆਂ ਨੂੰ ਦਾਨ ਦੇਣ ਦਾ ਕੀਤਾ ਐਲਾਨ। ਮੋਏ ਬਾਪ ਨੂੰ ਜਿਉਂਦਾ ਦਿਖਾ ਕੇ 10 ਸਾਲਾਂ ਤੱਕ ਪੈਨਸ਼ਨ ਤੇ ਕਰਦਾ ਰਿਹਾ ਹੱਥ ਸਾਫ਼। ਅਤੇ ਪੰਜਾਬ ਦੀ ਸਿੱਖ ਸਿਆਸਤ ਵਿੱਚ ਵੱਡੀ ਹਲਚਲ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕੀਤੀਆਂ ਜਾਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਕੇਂਦਰ ਦੇ ਵੱਲੋਂ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਅਸਲ ਦੇ ਵਿੱਚ ਕਿਸਾਨ ਜਥੇਬੰਦੀਆਂ ਕੀ ਆਖ ਰਹੀਆਂ ਨੇ ਉਸ ਗਠਨ ਤੋਂ ਬਾਅਦ ਆਖ ਰਹੀਆਂ ਨੇ ਕਿ ਜਿਸ ਦਾ ਡਰ ਸੀ ਉਹੀ ਹੋ ਗਿਆ। ਸਰਕਾਰੀ ਕਮੇਟੀ ਦੇ ਨਾਂ ਤੇ ਕਿਸਾਨਾਂ ਦੀਆਂ ਅੱਖਾਂ ਦੇ ਵਿੱਚ ਕੱਟਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਨੇ। ਤੁਹਾਨੂੰ ਯਾਦ ਹੋਣਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਹੋਰਾਂ ਨੇ 19 ਨਵੰਬਰ ਤੇ 2021 ਨੂੰ ਐਲਾਨ ਕੀਤਾ ਸੀ ਕਿ ਤਿੰਨੇ ਖੇਤੀ ਕਾਨੂੰਨ ਅਸੀਂ ਵਾਪਸ ਲੈ ਰਹੇ ਹਾਂ। ਤੇ ਉਹਦੇ ਤੋਂ ਬਾਅਦ ਜਿਹੜੀਆਂ ਕੁਝ ਕੁ ਹੋਰ ਮੰਗਾਂ ਸੀ ਉਹਨਾਂ ਉੱਤੇ ਸਹਿਮਤੀ ਬਣੀ ਸੀ ਕਿ ਠੀਕ ਹੈ ਅਸੀਂ ਵਾਪਸ ਚਲੇ ਜਾਂਦੇ ਹਾਂ, ਆਪਣਾ ਅੰਦੋਲਨ ਮੁਲਤਵੀ ਕਰ ਦਿੰਦੇ ਹਾਂ, ਪਰ ਸਾਡੀਆਂ ਆ ਕੁਝ ਪੈਂਡਿੰਗ ਮੰਗਾਂ ਨੇ। ਉਹਦੇ ਉੱਤੇ ਸਹਿਮਤੀ ਪੱਤਰ ਤੇ ਦਸਤਖਤ ਕਰਨ ਤੋਂ ਬਾਅਦ ਕਿਸਾਨਾਂ ਨੇ ਆਪਣਾ ਸੰਘਰਸ਼ ਮੁਲਤਵੀ ਕਰ ਦਿੱਤਾ ਸੀ। ਤੇ ਹੁਣ ਕੇਂਦਰ ਸਰਕਾਰ ਦੇ ਵੱਲੋਂ 12 ਜੁਲਾਈ ਨੂੰ ਇੱਕ ਕਮੇਟੀ ਬਣਾਈ ਗਈ ਹੈ ਤੇ ਉਹਦਾ ਨੋਟੀਫਿਕੇਸ਼ਨ 18 ਜੁਲਾਈ ਨੂੰ ਜਨਤਕ ਹੋ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਦਰਅਸਲ ਸ਼ੁਰੂ ਤੋਂ ਹੀ ਇਸ ਕਮੇਟੀ ਦੇ ਬਾਰੇ ਆਪਣੇ ਸ਼ੰਕੇ ਕਰ ਰਿਹਾ ਸੀ ਕਿ ਇਸ ਕਮੇਟੀ ਦਾ ਚੇਅਰਮੈਨ ਕੌਣ ਹੋਊ, ਇਸ ਕਮੇਟੀ ਦੇ ਮੈਂਬਰ ਕੌਣ ਹੋਣਗੇ। ਇਹ ਸਵਾਲ ਕਰਦੇ ਸੀ ਕਿ ਇਸ ਵਿੱਚ ਸਰਕਾਰ ਦਾ ਦਬਦਬਾ ਬਣਿਆ ਰਹੇਗਾ। ਇਹ ਸਵਾਲ ਕਰਦੇ ਸੀ ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਤੋਂ ਇਲਾਵਾ ਹੋਰ ਕਿਹੜੀਆਂ ਕਿਸਾਨ ਜਥੇਬੰਦੀਆਂ ਨੂੰ ਮੈਂਬਰ ਬਣਾਇਆ ਜਾਊ, ਸੱਦਿਆ ਜਾਊ, ਇਹ ਵੀ ਸਵਾਲ ਕਰਦੇ ਸੀ। ਕਿਤੇ ਸਰਕਾਰ ਇਸ ਨੂੰ ਆਪਣੇ ਖਾਸ ਨੁਮਾਇੰਦਿਆਂ ਦੇ ਨਾਲ ਹੀ ਤਾਂ ਨਹੀਂ ਨਵਾਜ਼ ਦੇਗੀ, ਇਹ ਵੀ ਸਵਾਲ ਕਰਦੇ ਸੀ। ਇਸ ਕਮੇਟੀ ਦਾ ਏਜੰਡਾ ਕੀ ਹੋਵੇਗਾ, ਇਹ ਵੀ ਸਵਾਲ ਪੁੱਛਦੇ ਸੀ। ਕੀ ਇਹ MSP ਨੂੰ ਕਾਨੂੰਨੀ ਦਰਜਾ ਦੇਣ ਦੇ ਬਾਰੇ ਵੀ ਕੋਈ ਵਿਚਾਰ ਕਰੂ ਜਾਂ ਸਿਰਫ ਸਲਾਹ ਹੀ ਦਿਊ, ਇਹ ਵੀ ਸਵਾਲ ਕਰਦੇ ਸੀ। ਜਾਂ ਇਹ ਕਿ ਇਸ ਨੂੰ ਜਿਹੜੀ ਗੱਲਬਾਤ ਜਿੱਥੇ ਵਿਚਾਲੇ ਟੁੱਟੀ ਹੈ ਕਿ ਉਹ ਗੱਲਬਾਤ ਦੇ ਵਿੱਚ ਹੋਵੇਗੀ ਜਾਂ ਸਿਰਫ ਇੱਕ ਕਮੇਟੀ ਬਣਾ ਕੇ ਕੰਮ ਤੇ ਮਿੱਟੀ ਪਾ ਦਿੱਤੀ ਜਾਏਗੀ। ਕਮੇਟੀ ਦੇ ਅਧਿਕਾਰਤ ਨੋਟੀਫਿਕੇਸ਼ਨ ਤੋਂ ਬਾਅਦ ਜਿਨ੍ਹਾਂ ਸਵਾਲਾਂ ਦਾ ਮੈਂ ਜ਼ਿਕਰ ਕੀਤਾ ਹੈ, ਜਿਹੜੇ ਕਿਸਾਨ ਆਗੂ ਵੀ ਕਰਦੇ ਸਨ, ਉਹਦੇ ਸੰਬੰਧੀ ਹੁਣ ਜਿਹੜੇ ਸ਼ੰਕੇ ਕਿਸਾਨਾਂ ਵੱਲੋਂ, ਕਿਸਾਨ ਆਗੂਆਂ ਦੇ ਵੱਲੋਂ ਕੀਤੇ ਜਾ ਰਹੇ ਸੀ, ਉਹ ਤਕਰੀਬਨ ਸੱਚ ਨਜ਼ਰ ਆ ਰਹੇ ਨੇ। ਉਹ ਕਿਵੇਂ ਨਜ਼ਰ ਆ ਰਹੇ ਨੇ, ਮੈਂ ਉਹ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ। ਪਹਿਲੀ ਤਾਂ ਗੱਲ ਇਹ ਕਿ ਕਮੇਟੀ ਕਿਹਦੀ ਅਗਵਾਈ 'ਚ ਬਣਾਈ ਗਈ ਹੈ। ਕਮੇਟੀ ਦੇ ਚੇਅਰਮੈਨ ਬਣਾਏ ਗਏ ਨੇ ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ। ਹੁਣ ਸੰਜੇ ਅਗਰਵਾਲ ਕੌਣ ਸੀ, ਮੈਂ ਤੁਹਾਨੂੰ ਦੱਸ ਦਿਆਂ ਕਿ ਸੰਜੇ ਅਗਰਵਾਲ ਉਹੀ ਨੇ ਜਿਨ੍ਹਾਂ ਨੇ ਤਿੰਨੇ ਕਿਸਾਨ ਵਿਰੋਧੀ ਕਾਨੂੰਨ ਬਣਾਏ ਅਤੇ ਅਖੀਰ ਤੱਕ ਇਹਨਾਂ ਦੀ ਵਕਾਲਤ ਕਰਦੇ ਰਹੇ। ਉਹ ਇਸ ਕਮੇਟੀ ਦੇ ਚੇਅਰਮੈਨ ਲਾ ਦਿੱਤੇ ਗਏ ਹੈ। ਹੁਣ ਸਰਕਾਰ ਦੀ ਮਨਸ਼ਾ ਕੀ ਹੈ, ਤੁਸੀਂ ਆਪ ਜਿਹੜੇ ਮੈਂ ਸਵਾਲ ਕੁਝ ਖੜੇ ਕੀਤੇ ਸੀ ਉਹਨਾਂ ਦੇ ਜਵਾਬ ਤੁਹਾਨੂੰ ਮਿਲਣਗੇ। ਦੂਸਰੀ ਗੱਲ ਇਹ ਕਿ ਉਹਨਾਂ ਦੇ ਨਾਲ ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ, ਉਹ ਵੀ ਇਸ ਕਮੇਟੀ 'ਚ ਨੇ। ਰਮੇਸ਼ ਚੰਦ ਕੌਣ ਨੇ, ਜਿਨ੍ਹਾਂ ਨੇ ਇਹ ਤਿੰਨੇ ਕਾਨੂੰਨਾਂ ਦਾ ਖਰੜਾ ਤਿਆਰ ਕੀਤਾ ਸੀ ਜਿਹੜੇ ਕਿਸਾਨਾਂ ਨੂੰ ਮਨਜ਼ੂਰ ਨਹੀਂ ਸੀ। ਤੀਸਰੀ ਗੱਲ, ਸੰਯੁਕਤ ਕਿਸਾਨ ਮੋਰਚੇ ਦੇ 3 ਨੁਮਾਇੰਦਿਆਂ ਦੇ ਬਾਰੇ ਇਸ ਕਮੇਟੀ ਦੇ ਵਿੱਚ ਥਾਂ ਛੱਡਿਆ ਗਿਆ। ਆਖਿਆ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਆਪਣੇ ਹਾਲੇ ਤੱਕ ਨਾਮ ਭੇਜੇ ਨਹੀਂ ਗਏ, ਪਰ ਸੰਯੁਕਤ ਕਿਸਾਨ ਮੋਰਚਾ ਚਿੱਠੀਆਂ ਪਾ ਕੇ, ਜਿਹੜੇ ਮੈਂ ਕੁਝ ਸਵਾਲ ਤੁਹਾਨੂੰ ਪਹਿਲਾਂ ਦੱਸੇ ਨੇ, ਇਹਦੇ ਬਾਬਤ ਪੁੱਛਦਾ ਸੀ ਕਿ ਨਾ ਤੁਹਾਨੂੰ ਭੇਜ ਦਿਆਂਗੇ, ਸਾਡੇ ਆ ਸਵਾਲਾਂ ਦਾ ਜਵਾਬ ਦਿਓ। ਕੇਂਦਰ ਦੇ ਵੱਲੋਂ ਉਹਨਾਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਗਿਆ। ਚੌਥੀ ਗੱਲ, ਹੋਰ ਥਾਵਾਂ ਤੋਂ ਕਿਸਾਨ ਆਗੂ ਲੈ ਗਏ ਨੇ ਤੇ ਕਿਸਾਨ ਆਗੂਆਂ ਦੇ ਨਾਂ ਤੇ ਸਰਕਾਰ ਨੇ ਆਪਣੇ 5 ਵਫਾਦਾਰ ਲੋਕਾਂ ਨੂੰ ਇਸ ਕਮੇਟੀ ਵਿੱਚ ਪਾ ਦਿੱਤਾ ਹੈ। ਇਹ 5 ਵਫਾਦਾਰ ਉਹ ਨੇ ਜੋ ਤਿੰਨੇ ਕਿਸਾਨ ਵਿਰੋਧੀ ਕਾਨੂੰਨਾਂ ਦੀ ਖੁੱਲ੍ਹ ਕੇ ਵਕਾਲਤ ਕਰਦੇ ਰਹੇ।
ਇਹ ਸਾਰੇ ਲੋਕ ਜਾਂ ਤਾਂ ਸਿੱਧੇ ਤੌਰ ਤੇ ਭਾਜਪਾ ਚੋਂ ਨੇ, RSS ਦੇ ਵਿੱਚੋਂ ਨੇ, ਜਾਂ ਫਿਰ ਉਹਨਾਂ ਦੀਆਂ ਨੀਤੀਆਂ ਦਾ ਸਮਰਥਨ ਕਰਨ ਵਾਲਿਆਂ ਵਿੱਚੋਂ ਨੇ। ਅਗਲੀ ਗੱਲ, ਕ੍ਰਿਸ਼ਨਵੀਰ ਚੌਧਰੀ ਭਾਰਤੀ ਕ੍ਰਿਸ਼ਕ ਸਮਾਜ ਨਾਲ ਜੁੜੇ ਹੋਏ ਨੇ ਅਤੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਹੈ। ਪ੍ਰਮੋਦ ਕੁਮਾਰ ਚੌਧਰੀ RSS ਨਾਲ ਸੰਬੰਧਿਤ ਨੇ ਅਤੇ ਭਾਰਤੀ ਕਿਸਾਨ ਸੰਘ ਦੀ ਜਿਹੜੀ ਕੌਮੀ ਕਾਰਜਕਾਰਨੀ ਆ ਉਹਦੇ ਮੈਂਬਰ ਵੀ ਹੈ। ਗੁਨੀ ਪ੍ਰਕਾਸ਼ ਭੁਪਿੰਦਰ ਮਾਨ ਦੀ ਕਿਸਾਨ ਜਥੇਬੰਦੀ ਦੇ ਹਰਿਆਣਾ ਦੇ ਪ੍ਰਧਾਨ ਨੇ। ਸੈਯਦ ਪਾਸ਼ਾ ਪਟੇਲ, ਇਹ ਪੰਜੇ ਕਿਹੜੇ ਨੇ ਮੈਂ ਤੁਹਾਨੂੰ ਦੱਸ ਦਿਆਂ। ਸੈਯਦ ਪਾਸ਼ਾ ਪਟੇਲ ਮਹਾਰਾਸ਼ਟਰ ਤੋਂ ਭਾਜਪਾ ਦੇ ਸਾਬਕਾ MLC ਰਹਿ ਚੁੱਕੇ ਨੇ। ਗੁਣਵੰਤ ਪਾਟਲ ਸ਼ੇਤਕਾਰੀ ਸੰਗਠਨ ਨਾਲ ਜੁੜੇ WTO ਦੇ ਹਮਾਇਤੀ ਅਤੇ ਭਾਰਤੀ ਸੁਤੰਤਰ ਪਾਰਟੀ ਦੇ ਜਨਰਲ ਸਕੱਤਰ ਨੇ। ਇਹ ਪੰਜੇ ਹੀ ਜਣੇ 3 ਕਿਸਾਨ ਵਿਰੋਧੀ ਜਿਹੜੇ ਕਾਨੂੰਨ ਸੀ ਉਹਨਾਂ ਦੇ ਹੱਕ ਵਿੱਚ ਖੁੱਲ੍ਹ ਕੇ ਬੋਲਦੇ ਰਹੇ ਤੇ ਉਹਨਾਂ ਕਾਨੂੰਨਾਂ ਦਾ ਸਮਰਥਨ ਕਰਦੇ ਰਹੇ ਤੇ ਹੁਣ ਜਿਹੜੀ ਕਹਿੰਦੇ ਕਿਸਾਨਾਂ ਦੇ ਹੱਕ 'ਚ ਕਮੇਟੀ ਬਣਾਈ ਉਹਦੇ ਮੈਂਬਰ ਨੇ। ਹੁਣ ਪੰਜਵੀਂ ਗੱਲ, ਕਮੇਟੀ ਦੇ ਏਜੰਡੇ ਵਿੱਚ MSP ਤੇ ਕਾਨੂੰਨ ਬਣਾਉਣ ਦਾ ਕੋਈ ਜ਼ਿਕਰ ਨਹੀਂ। ਭਾਵ ਇਹ ਕਿ ਇਹ ਸਵਾਲ ਕਮੇਟੀ ਦੇ ਸਾਹਮਣੇ ਨਹੀਂ ਰੱਖਿਆ ਜਾਏਗਾ। ਏਜੰਡੇ ਵਿੱਚ ਕੁਝ ਅਜਿਹੀਆਂ ਮੱਦਾਂ ਰੱਖੀਆਂ ਗਈਆਂ ਨੇ ਜਿਨ੍ਹਾਂ ਤੇ ਸਰਕਾਰੀ ਕਮੇਟੀ ਪਹਿਲਾਂ ਹੀ ਬਣੀ ਹੋਈ ਹੈ ਅਤੇ ਇੱਕ ਆਈਟਮ ਅਜਿਹੀ ਪਾਈ ਗਈ ਹੈ ਜਿਸ ਰਾਹੀਂ ਸਰਕਾਰ ਪਿਛਲੇ ਦਰਵਾਜ਼ੇ ਦੇ ਰਾਹੀਂ 3 ਕਾਲੇ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਸੰਯੁਕਤ ਕਿਸਾਨ ਮੋਰਚਾ ਨੇ 3 ਜੁਲਾਈ ਦੀ ਕੌਮੀ ਮੀਟਿੰਗ ਦਾ ਫੈਸਲਾ ਲਿਆ ਸੀ। ਕਮੇਟੀ ਦੀ ਪੂਰੀ ਜਾਣਕਾਰੀ ਲੈਣ ਤੋਂ ਪਹਿਲਾਂ ਇਸ ਦੇ ਵਿੱਚ ਸ਼ਾਮਲ ਹੋਣ ਦਾ ਉਹਨੇ ਆਖਿਆ ਸੀ ਕਿ ਸਵਾਲ ਹੀ ਪੈਦਾ ਨਹੀਂ ਹੁੰਦਾ ਜਿੰਨਾ ਚਿਰ ਸਾਡੇ ਆ ਸਵਾਲਾਂ ਦੇ ਤੁਸੀਂ ਜਵਾਬ ਨਹੀਂ ਦੇ ਦਿੰਦੇ। ਹੁਣ ਇਸ ਬਾਰੇ ਅੰਤਮ ਫੈਸਲਾ ਫਰੰਟ ਨੇ ਲੈਣਾ ਹੈ, ਪਰ ਡਾਕਟਰ ਦਰਸ਼ਨਪਾਲ ਜੋਗਿੰਦਰ ਯਾਦਵ ਤੇ ਹੋਰ ਕੁਝ ਆਗੂਆਂ ਨੇ ਆਖਿਆ ਕਿ ਅਸੀਂ ਨਿੱਜੀ ਤੌਰ ਤੇ ਮਹਿਸੂਸ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਕਮੇਟੀ ਦੇ ਵਿੱਚ ਜਾਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਪਰ ਮਤਲਬ ਕੀ ਹੈ ਕਿ ਸਾਨੂੰ ਇਸ ਕਮੇਟੀ ਦਾ ਪਰਦਾਫਾਸ਼ ਕਰਨਾ ਚਾਹੀਦਾ। ਸਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਮੇਟੀ ਸਿਰਫ ਤੇ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਸਤੇ ਬਣਾਈ ਗਈ ਹੈ। ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ, ਕਮੇਟੀ ਬਣਾ ਦਿੱਤੀ ਹੈ। ਕਮੇਟੀ ਵਿੱਚ ਕੌਣ ਨੇ, ਕਮੇਟੀ ਨੇ ਕੰਮ ਕੀ ਕਰਨਾ, ਉਹ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਹੈ। ਤੇ ਅਗਲੀ ਖਬਰ, ਪੰਜਾਬ ਪੁਲਿਸ ਦੇ ਉੱਤੇ ਇੱਕ ਵਾਰੀ ਫੇਰ ਸਵਾਲ ਖੜੇ ਹੋਏ ਨੇ। ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਸੀ। ਮੂਸੇਵਾਲੇ ਨੂੰ ਗੋਲੀਆਂ ਮਾਰਨ ਵਾਲੇ ਸ਼ਾਰਪ ਸ਼ੂਟਰ ਮਨਪ੍ਰੀਤ ਮਨੂ ਕੁੱਸਾ ਅਤੇ ਜਗਰੂਪ ਰੂਪਾ ਕਤਲकांड ਨੂੰ ਅੰਜਾਮ ਦੇਣ ਤੋਂ ਬਾਅਦ ਹਾਲੇ ਵੀ ਪੰਜਾਬ ਦੇ ਵਿੱਚ ਦੱਸੇ ਜਾਂਦੇ ਹੈ। ਸਮਾਲਸਰ ਦੇ ਵਿੱਚ 21 ਜੂਨ ਦੀ ਇੱਕ CCTV ਫੁਟੇਜ ਮਿਲੀ ਹੈ ਅਤੇ ਉਹ ਪੁਸ਼ਟੀ ਕਰਦੀ ਹੈ ਕਿ 21 ਜੂਨ ਤੱਕ ਤਾਂ ਤਕਰੀਬਨ ਫਿਰ ਇਹਦਾ ਮਤਲਬ ਉਹ ਪੰਜਾਬ 'ਚ ਸੀ। ਇਹ ਦੋਵੇਂ ਮੁਲਜ਼ਮ ਇੱਕ ਚੋਰੀ ਦੇ ਮੋਟਰਸਾਈਕਲ ਤੇ ਜਾਂਦੇ ਨਜ਼ਰ ਆਉਂਦੇ ਹੈ ਅਤੇ ਇਹ ਮੋਟਰਸਾਈਕਲ ਤੇ ਸਵਾਰ ਹੋ ਕੇ ਤਰਨਤਾਰਨ ਵੱਲ ਜਾਂਦੇ ਉਸ CCTV ਫੁਟੇਜ ਵਿੱਚ ਨਜ਼ਰ ਆਏ ਹੈ। ਦੱਸਣਾ ਬਣਦਾ ਕਿ ਮੂਸੇਵਾਲੇ ਦਾ ਕਤਲ 29 ਮਈ ਨੂੰ ਕੀਤਾ ਗਿਆ ਸੀ ਅਤੇ ਇਹ ਜਿਹੜੀ ਨਵੀਂ ਵੀਡੀਓ ਫੁਟੇਜ ਮਿਲੀ ਹੈ, CCTV ਫੁਟੇਜ ਮਿਲੀ ਹੈ, ਇਹ ਵਾਰਦਾਤ ਦੇ 24 ਦਿਨਾਂ ਤੋਂ ਬਾਅਦ ਦੀ ਹੈ, ਭਾਵ 21 ਮਈ ਦੀ ਹੈ, ਜੋ ਕਿ ਸਾਬਤ ਕਰਦੀ ਹੈ ਕਿ ਦੋਵੇਂ ਕਾਤਲ ਪੰਜਾਬ ਦੇ ਵਿੱਚ ਸ਼ਰੇਆਮ ਘੁੰਮ ਰਹੇ ਸੀ। ਇਹ CCTV ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਵਾਲਾਂ ਦੇ ਘੇਰੇ 'ਚ ਆ ਕੇ ਖੜ ਗਈ ਹੈ ਕਿ ਪੰਜਾਬ ਪੁਲਿਸ ਨੇ ਕਾਤਲਾਂ ਨੂੰ ਫੜਨ ਦੇ ਵਾਸਤੇ ਸਪੈਸ਼ਲ ਟੀਮ ਵੀ ਬਣਾਈ, ਤੇਜ਼ੀ ਨਾਲ ਜਾਂਚ ਕਰਨ ਦਾ ਦਾਅਵਾ ਵੀ ਕੀਤਾ, ਪਰ ਇਹ ਦੋਵੇਂ ਮੁਲਜ਼ਮ ਸ਼ਰੇਆਮ ਪੰਜਾਬ ਦੀਆਂ ਸੜਕਾਂ ਤੇ ਕੈਮਰੇ 'ਚ ਕੈਦ ਹੋਏ ਨੇ। ਪੁਲਿਸ ਦੇ ਦੱਸਣ ਦੇ ਮੁਤਾਬਕ ਮਨੂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ। ਉਹਦੇ ਕੋਲ AK-47 ਸੀ ਅਤੇ ਉਹਨੇ ਹੀ ਮੂਸੇਵਾਲਾ ਨੂੰ ਪਹਿਲੀ ਗੋਲੀ ਮਾਰੀ ਸੀ। ਕਤਲकांड ਦੇ ਵਿੱਚ ਵਰਤੀ ਗਈ ਰਾਈਫਲ ਵੀ ਮਨੂ ਅਤੇ ਰੂਪਾ ਦੇ ਕੋਲ ਮੌਜੂਦ ਹੋਣ ਦੀ ਸ਼ੱਕ ਹੈ। ਹੁਣ ਤੱਕ ਦਿੱਲੀ ਅਤੇ ਪੰਜਾਬ ਪੁਲਿਸ ਇਹਨਾਂ ਦੋਵਾਂ ਤੱਕ ਪਹੁੰਚ ਨਹੀਂ ਸਕੀ। ਪੁਲਿਸ ਦਾ ਦਾਅਵਾ ਹੈ ਕਿ ਤਾਜ਼ਾ CCTV ਫੁਟੇਜ ਤੋਂ ਦੋਵਾਂ ਦੇ ਬਾਰੇ ਉਹਨਾਂ ਨੂੰ ਕੋਈ ਨਵੇਂ ਸੁਰਾਗ ਜ਼ਰੂਰ ਮਿਲ ਗਏ ਹੈ, ਪਰ ਉਹ ਇਹ ਸਾਂਝੇ ਨਹੀਂ ਕਰਨਾ ਚਾਹੁੰਦੇ। ਇਹ ਵੀ ਦੱਸਣਾ ਬਣਦਾ ਕਿ ਇਸ ਕਤਲकांड ਦੇ ਵਿੱਚ ਗ੍ਰਿਫਤਾਰ ਕੀਤੇ ਗਏ ਪ੍ਰਿਆਵਰਤ ਫੌਜੀ ਅਤੇ ਅੰਕਿਤ ਸ਼ੇਰਸਾ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਜਦੋਂ ਅਸੀਂ ਕਤਲकांड ਨੂੰ ਅੰਜਾਮ ਦੇਣ ਤੋਂ ਬਾਅਦ ਉੱਥੋਂ ਫਰਾਰ ਹੋਏ ਤਾਂ ਜਗਰੂਪ ਰੂਪਾ ਤੇ ਮਨੂ ਕੁੱਸਾ ਉਹਨਾਂ ਦੇ ਨਾਲ ਨਹੀਂ ਸੀ ਗਏ। ਉਹ ਪੰਜਾਬ ਦੇ ਵਿੱਚ ਹੀ ਕਿਸੇ ਪਿੰਡ ਦੇ ਵਿੱਚ ਜਾ ਕੇ ਲੁਕੇ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ CCTV ਕੈਮਰੇ ਖੰਗਾਲਣੇ ਸ਼ੁਰੂ ਕੀਤੇ, ਜਿਸ ਤੋਂ ਬਾਅਦ ਆ ਤਾਜ਼ਾ CCTV ਵੀਡੀਓ ਫੁਟੇਜ ਸਾਹਮਣੇ ਆਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਕਿ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਵਿੱਚੋਂ ਪੰਜਾਬ ਪੁਲਿਸ ਕਿਸੇ ਵੀ ਸ਼ਾਰਪ ਸ਼ੂਟਰ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ 6 ਸ਼ਾਰਪ ਸ਼ੂਟਰ ਸ਼ਾਮਲ ਸੀ, ਜਿਨ੍ਹਾਂ ਦੇ ਵਿੱਚ ਪ੍ਰਿਆਵਰਤ ਫੌਜੀ ਕਸ਼ਿਸ਼ ਉਰਫ ਕੁਲਦੀਪ, ਅੰਕਿਤ ਸ਼ੇਰਸਾ, ਇਹਨਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਸੀ, ਜਦੋਂ ਕਿ ਜਗਰੂਪ ਰੂਪਾ, ਮਨਪ੍ਰੀਤ ਮਨੂ ਕੁੱਸਾ ਅਤੇ ਦੀਪਕ ਮੁੰਡੀ ਹਾਲੇ ਤੱਕ ਫਰਾਰ ਹੈ।
ना तो यह दिल्ली पुलिस के हथ लग सकिया ते ना पंजाब जां हरियाणा किसी पुलिस के हथ नहीं आए। हुण इन्हां शार्प शूटर्स के खुलासियां तो बाद हुण तक 18 कुछ मदद करने वाले लोगों नूं अते कतलकांड की साजिश रचण वालियां नूं तां गिरफ्तार किया जा चुकिया, पर वो 6 दे विचों 3 शार्प शूटर हाले तक किसी भी पुलिस के हथ नहीं आए। पर आ ताज़ा CCTV फुटेज ने कुछ सवाल, कुछ शंके अते पुलिस की कारगुजारी ते सवाल जरूर खड़े कर दिते है। ते अगली जिहड़ी खबर है वो पंजाब के साबका मुख मंत्री चरणजीत सिंह चन्नी की साली के मुंडे भुपिंदर हनी दे नाल संबंधित है। भुपिंदर हनी दी मुश्किलां एक बार फिर वधदियां नज़र आ रही ने। भुपिंदर हनी दे उत्ते एक होर परचा दर्ज हो गया। मुख मंत्री भगवंत मान की अगवाई वाली पंजाब सरकार दे वल्लों गैर कानूनी माइनिंग के विरुद्ध नाकाबले बर्दाश्त नीति अपनाने के मद्देनज़र पंजाब पुलिस ने सोमवार को कुदरतदीप उर्फ लवी अते उहदे सहयोगी भुपिंदर उर्फ हनी के विरुद्ध साल 2017 के दौरान मलकपुर माइनिंग साइट खेतर च गैर कानूनी माइनिंग करने के दोष के तहत FIR दर्ज कर ली है। FIR दर्ज करने के बाद पुलिस के वल्लों भुपिंदर हनी नूं इस मामले की जांच में शामिल होए नोटिस भी भेज दिता गया है। जदों कि दूसरे पासे कपूरथला की जेल੍ਹ ਦੇ ਵਿੱਚ ਬੰਦ कुदरतदीप ਨੂੰ मंगलवार वाले दिन प्रोडक्शन वारंट से लिया जाएगा। ये कार्रवाई तकरीबन 2 महीने बाद दे विच अमल च लियांदी गई है, जदों ED ने अपने पत्र जो कि 9 मई 2022 के राही SSP शहीद भगत सिंह नगर नूं 73 वेटमेंट स्लिपां जिहड़ियां कि 10 नवंबर 2017 की जानकारी दिंदियां ने वो साझीਆਂ कीतियां सी। इहदे तो इलावा माइनिंग विभाग नूं मलकपुर रेत माइनिंग साइट तो नजायज़ माइनिंग राही अधिकारत मिकदार तो वध रेत बरामद होने के बारे जानकारी भी साझी की गई सी। दसना बनता है कि साल 2021 के अखीर विच ED ने भुपिंदर उर्फ हनी अते कुदरतदीप के ठिकाणिਆਂ ते छापेमारी की सी। ED ने ਵੱਖ-ਵੱਖ छापेमारियां दे विचों कुछ फर्जी दस्तावेज, कुछ डिजिटल उपकरण ਅਤੇ मलकपुर रेत माइनिंग साइट ते गैर कानूनी रेत माइनिंग गतिविधियों के जरिए तकरीबन 10 करोड़ रुपए की नकदी बरामद की सी। पंजाब पुलिस के बुलारे ने दस्सिया कि ED के पत्र तो बाद SSP शहीद भगत सिंह नगर ने इस मामले में अगलेरी जांच के लिए शहीद भगत सिंह नगर के SP इन्वेस्टिगेशन की निगरानी के हेठ तुरंत एक सिट का गठन कर दिता है। पुलिस बुलारे ने यह भी दस्सिया कि डूंघाई नाल जांच करने तो बाद सिट ने पाया कि दोवां मुलजमां ने राज पद्धरी वातावरण अथॉरिटी पंजाब के वल्लों जारी वातावरण क्लीयरेंस के प्रबंधों की उलंघना की है। उस खेतर च भारी मशीनरी की वरतों करके गैर कानूनी माइनिंग की है। उन्होंने यह भी दस्सिया कि दोषियों ने 73 जाली वेटमेंट स्लिपां उन्हों की वरतों की जो कि ED के वल्लों छापेमारी के दौरान बरामद कीतियां गईयां सी। पुलिस नूं माइनिंग विभाग नूं रिपोर्ट किए गए रेट तो वध उत्पादन के वेरवे मिले है, जिसकी पुष्टि माइनिंग विभाग ने अपने पत्र नंबर 29 जून 2022 के राही की सी, जिस दे विच माइनिंग विभाग नूं रेते की घट खुदाई का हवाला दिता गया सी, जो कि सरकारी खजाने नूं वित्ती नुकसान पहुँचाने की सिद्धम सिद्धी वजह बनिया। उन्होंने यह भी दस्सिया कि सारी जांच तो बाद सिट ने भुपिंदर हनी अते कुदरतदीप के खिलाफ FIR दर्ज करने की सिफारिश की सी। दसना बनता कि 18 जुलाई 2022 नूं FIR नंबर 73 माइनस एंड मिनरल्स एक्ट दीयां धारावां लाइयां ने 21 की उपधारा 1 अते 4 की उपधारा 1 IPC की धारा 379, 406, 420, 465, 468, 471 अते 120B अते वातावरण सुरक्षा एक्ट की धारा 15 तहत थाना राहों दे विच ये FIR दर्ज कर दी गई है। तो मामले की अगली जांच जिस तरह मैं तुहानूं दस रहा कि SP इन्वेस्टिगेशन निगरानी के हेठ एक सिट बना दी गई है। तो उम्मीद है कि आने वाले दिनों के जिथे भुपिंदर हनी दी मुश्किलां वधियां ने उहदे नाल जुड़े हुए कुछ होर व्यक्ति भी इस केस के विच वो भी बेनकाब हो सकते हैं। अगली जिहड़ी खबर है कि भ्रिष्टाचारी असीं किन्ने क है। तुसीं देखो कि किन्ने मंत्री किन्नियां दे रिश्तेदारां दे उत्ते लगातार इस तरह दीयां गल्लां बातां निकल के सामने आ रही तो दोष लग रहे हैं कि कोई लकड़ां खा गया, कोई दातना बना के वेच गया, कोई मिट्टी खा गया। गल की जिथे जिथे दा लगदा रहा लाउंदे रहे, पर असीं किहो जे हाँ आ खबर तुहानूं तसदीक करूगी। जिला श्री मुक्तसर साहब दे विचों खबर मिली है
कि फौज ਦੇ ਵਿੱਚੋਂ ਸੇਵਾ ਮੁਕਤ ਹੋਇਆ ਇੱਕ ਵਿਅਕਤੀ, ਉਹਦੀ ਮੌਤ ਵੀ ਹੋ ਗਈ। ਮੌਤ ਤੋਂ ਕਰੀਬ 10 ਸਾਲ ਬਾਅਦ ਤੱਕ ਉਹਨੂੰ ਜਿੰਦਾ ਦਿਖਾ ਕੇ ਉਹਦਾ ਪੁੱਤਰ ਉਹਦੀ ਪੈਨਸ਼ਨ ਲੈਂਦਾ ਰਿਹਾ। ਤੇ ਇਸ ਧੋਖਾਧੜੀ ਨੂੰ ਲੈ ਕੇ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸੰਬੰਧੀ ਸੀਨੀਅਰ ਅਕਾਊਂਟ ਅਫਸਰ DPDO ਫਿਰੋਜ਼ਪੁਰ ਸੰਜੇ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਦੇ ਵਿੱਚ ਦੱਸਿਆ ਕਿ ਮਨਜੀਤ ਸਿੰਘ ਸਾਲ 1975 ਦੇ ਵਿੱਚ ਭਾਰਤੀ ਫੌਜ ਦੇ ਵਿੱਚੋਂ ਸੇਵਾ ਮੁਕਤ ਹੋਏ। ਸੇਵਾ ਮੁਕਤ ਹੋਣ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪੈਨਸ਼ਨ ਹਾਸਲ ਕਰਦੇ ਰਹੇ। ਮਨਜੀਤ ਸਿੰਘ ਦੀ 15 ਜਨਵਰੀ ਤੇ 2009 ਨੂੰ ਮੌਤ ਹੋ ਗਈ। 15 ਜਨਵਰੀ 2009 ਤੋਂ ਬਾਅਦ ਜਦੋਂ ਮੌਤ ਹੋ ਜਾਂਦੀ ਹੈ, ਉਹਦਾ ਪੁੱਤਰ ਅਮਰਜੀਤ ਸਿੰਘ ਪਿੰਡ ਚੱਕ ਸ਼ੇਰੇਵਾਲਾ ਮਨਜੀਤ ਸਿੰਘ ਦਾ ਜਾਅਲੀ ਜੀਵਨ ਪ੍ਰਮਾਣ ਪੱਤਰ ਤਿਆਰ ਕਰਵਾਉਂਦਾ ਰਿਹਾ। ਤਿਆਰ ਕਰਵਾ ਕੇ DPDO ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਉਂਦਾ ਰਿਹਾ। ਬੈਂਕ ਦੇ ਵਿੱਚ ਆਪਣੇ ਬਾਪ ਦੇ ਜਾਅਲੀ ਦਸਤਖਤ ਕਰਦਾ ਰਿਹਾ। ਹਰ ਮਹੀਨੇ ਪੈਨਸ਼ਨ ਕਢਵਾਉਂਦਾ ਰਿਹਾ। ਜਾਣਕਾਰੀ ਦੇ ਅਨੁਸਾਰ ਜਨਵਰੀ 2009 ਤੋਂ ਨਵੰਬਰ 2019 ਤੱਕ, ਜਦ ਤੱਕ ਬੈਂਕ ਤੇ ਸੰਬੰਧਿਤ ਵਿਭਾਗ ਨੂੰ ਇਹ ਖਬਰ ਪਤਾ ਲੱਗੀ, ਉਦੋਂ ਤੱਕ ਇਹ ਵਿਅਕਤੀ 20,29,642 ਰੁਪਏ ਦੇ ਉੱਤੇ ਹੱਥ ਸਾਫ਼ ਕਰ ਚੁੱਕਿਆ ਸੀ। ਜਦਕਿ ਨਿਯਮ ਕੀ ਕਹਿੰਦੇ ਹੈ? ਨਿਯਮ ਕਹਿੰਦੇ ਆ ਕਿ ਜੇਕਰ ਸੇਵਾ ਮੁਕਤ ਫੌਜੀ ਦੀ ਮੌਤ ਹੋ ਜਾਵੇ, ਜੇਕਰ ਉਸ ਸੇਵਾ ਮੁਕਤ ਫੌਜੀ ਦੀ ਵਿਧਵਾ ਜਿਉਂਦੀ ਹੋਵੇ, ਘਰ ਵਾਲੀ ਭਾਵ ਜਿਉਂਦੀ ਹੋਵੇ, ਤਾਂ ਇਹ ਪੈਨਸ਼ਨ ਉਹਨੂੰ ਮਿਲੂਗੀ। ਤੁਸੀਂ ਦੇਖੋ ਕਿ ਇਸ ਮ੍ਰਿਤਕ ਫੌਜੀ ਦੀ ਵਿਧਵਾ ਪਤਨੀ ਅੱਜ ਵੀ ਜਿਉਂਦੀ ਹੈ, ਪਰ ਅਮਰਜੀਤ ਸਿੰਘ ਆਪਣੀ ਜਿਉਂਦੀ ਮਾਂ ਨੂੰ ਪੈਨਸ਼ਨ ਦੇਣ ਦੀ ਬਜਾਏ ਮ੍ਰਿਤਕ ਪਿਤਾ ਨੂੰ ਜਿਉਂਦਾ ਦਿਖਾ ਕੇ ਪੈਸੇ ਹੜੱਪਦਾ ਰਿਹਾ। ਮਾਂ ਨੂੰ ਕੰਨੋ ਕੰਨੀ ਖਬਰ ਨਹੀਂ ਹੋਣ ਦਿੱਤੀ। ਇਹ ਸਾਡੇ ਕਿਰਦਾਰ ਨੇ। ਫਿਰ ਅਸੀਂ ਜਦੋਂ ਆਪ ਇਸ ਤਰ੍ਹਾਂ ਦੇ ਝੂਠੇ ਹੋਈਏ, ਅਸੀਂ ਦੂਸਰੇ ਬੰਦੇ ਨੂੰ ਕਿਵੇਂ ਕਹਿ ਸਕਦੇ ਹਾਂ? ਆ ਬੀਤੇ ਦਿਨੀ ਜਿਸ ਦਿਨ ਵਿਕਰਮਜੀਤ ਸਿੰਘ ਸਾਹਨੀ ਹੋਰਾਂ ਨੂੰ ਰਾਜ ਸਭਾ ਦੇ ਮੈਂਬਰ ਬਣਾਇਆ ਗਿਆ ਸੀ, ਉਸ ਦਿਨ ਉੱਠਿਆ ਸੀ ਕਿ ਵਿਕਰਮਜੀਤ ਸਿੰਘ ਸਾਹਨੀ ਕੌਣ ਹੈ। ਮੈਂ ਉਸ ਦਿਨ ਵੀ ਤੁਹਾਨੂੰ ਦੱਸਿਆ ਸੀ ਕਿ ਇਹਨਾਂ ਦੇ ਕੰਮ ਕਾਫੀ ਕੀਤੇ ਹੋਏ ਤੇ ਹਾਲੇ ਵੀ ਕਰ ਰਹੇ ਨੇ। ਤੇ ਹੁਣ ਜਦੋਂ ਕੱਲ ਉਹਨਾਂ ਨੇ ਰਾਜ ਸਭਾ ਦੇ ਮੈਂਬਰ ਦੇ ਵਜੋਂ ਸਹੁੰ ਚੁੱਕੀ, ਤੇ ਨਾਲ ਉਹਨਾਂ ਨੇ ਫਿਰ ਇੱਕ ਵੱਡਾ ਤੇ ਨਵਾਂ ਐਲਾਨ ਕਰ ਦਿੱਤਾ ਹੈ। ਵਿਕਰਮਜੀਤ ਸਿੰਘ ਸਾਹਨੀ ਹੋਰਾਂ ਨੇ ਸੰਸਦ ਦੇ ਵਿੱਚ ਸਹੁੰ ਚੁੱਕਣ ਤੋਂ ਬਾਅਦ ਇਹ ਐਲਾਨ ਕੀਤਾ, ਤੇ ਸਹੁੰ ਵੀ ਉਹਨਾਂ ਨੇ ਪੰਜਾਬੀ 'ਚ ਚੁੱਕੀ। ਤੇ ਐਲਾਨ ਉਹਨਾਂ ਨੇ ਇਹ ਕੀਤਾ ਕਿ ਉਹ ਆਪਣੇ ਪੂਰੇ ਕਾਰਜਕਾਲ ਦੇ ਦੌਰਾਨ, ਕਿਉਂਕਿ ਰਾਜ ਸਭਾ ਦੇ ਮੈਂਬਰ ਦਾ ਕਾਰਜਕਾਲ 6 ਸਾਲਾਂ ਦਾ ਹੁੰਦਾ ਹੈ, ਉਹ ਕਹਿੰਦੇ 6 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਉਹ ਆਪਣੀ ਜਿੰਨੀ ਵੀ ਤਨਖਾਹ ਹੋਏਗੀ, ਜਿੰਨੇ ਭੱਤੇ ਹੋਣਗੇ, ਉਹ ਬਿਲਕੁਲ ਨਹੀਂ ਲੈਣਗੇ। ਤੇ ਇਹ ਤਨਖਾਹ ਤੇ ਭੱਤਿਆਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਦੇ ਪੰਜਾਬੀ ਵਿਦਿਆਰਥੀਆਂ ਦੀ ਪੜ੍ਹਾਈ ਦੇ ਵਾਸਤੇ ਦਾਨ ਕਰਨਗੇ। ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਐਜੂਕੇਸ਼ਨ ਫੰਡ ਵੀ ਸ਼ੁਰੂ ਕੀਤਾ ਹੈ, ਅਤੇ ਇਹਦੇ ਵਿੱਚ ਜਾਣ ਵਾਲੀ ਉਹਨਾਂ ਦੀ ਤਨਖਾਹ ਤੇ ਭੱਤਿਆਂ ਦੀ ਰਕਮ 32 ਲੱਖ ਪ੍ਰਤੀ ਸਾਲ ਅਤੇ 6 ਸਾਲਾਂ ਦੇ ਵਿੱਚ ਤਕਰੀਬਨ 2 ਕਰੋੜ ਰੁਪਏ ਬਣਦੀ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਵਾਸਤੇ ਫੰਡ ਦੀ ਕਦੇ ਕਮੀ ਆਉਣ ਨਹੀਂ ਦੇਣਗੇ। ਹੁਣ ਉਮੀਦ ਕਰਦੇ ਹਾਂ ਕਿ ਖਰਬੂਜੇ ਨੂੰ ਦੇਖ ਕੇ ਖਰਬੂਜੇ ਵੀ ਰੰਗ ਫੜਨਗੇ। ਔਰ ਬਹੁ ਗਿਣਤੀ ਦੇ ਵਿੱਚ ਭਾਵੇਂ ਉਹ ਰਾਜ ਸਭਾ ਮੈਂਬਰ ਨੇ, ਭਾਵੇਂ ਲੋਕ ਸਭਾ ਮੈਂਬਰ ਨੇ, ਉਹਨਾਂ ਨੂੰ ਇਸ ਤਨਖਾਹ ਦੀ ਬਹੁਤੀ ਝਾਕ ਹੁੰਦੀ ਨਹੀਂ ਕਿ ਦੇਖਦੇ ਹਾਂ ਉਹ ਵੀ ਇਸ ਤਰ੍ਹਾਂ ਦਾ ਕੋਈ ਉਪਰਾਲਾ ਪੰਜਾਬੀ ਵਿਦਿਆਰਥੀਆਂ, ਆਰਥਿਕ ਤੌਰ ਤੇ ਪਛੜੇ ਵਿਦਿਆਰਥੀਆਂ ਵਾਸਤੇ ਕਰਦੇ ਆ। ਪਰ ਇਹ ਇੱਕ ਚੰਗੀ ਖਬਰ ਹੈ। ਅਗਲੀ ਜਿਹੜੀ ਖਬਰ ਹੈ ਉਹ ਪੰਜਾਬ ਦੀ ਸਿੱਖ ਸਿਆਸਤ ਦੇ ਨਾਲ ਜੁੜੀ ਹੋਈ ਖਬਰ ਹੈ। ਸਿੱਖ ਸਿਆਸਤ ਦੇ ਵਿੱਚ ਵੱਡੀ ਹਲਚਲ ਵੇਖਣ ਨੂੰ ਮਿਲੀ ਹੈ। ਦਰਅਸਲ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ, ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗੀ ਨੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ, ਪਰ ਬੀਤੇ ਦਿਨੀ ਬਾਦਲਾਂ ਦੇ ਵਿਰੋਧੀ ਹੈ ਹਰਮੀਤ ਸਿੰਘ ਕਾਲਕਾ। ਹਰਮੀਤ ਸਿੰਘ ਕਾਲਕਾ ਦੇ ਦਿੱਲੀ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਉਚੇਚੇ ਤੌਰ ਤੇ ਪੁੱਜਦੇ ਹੈ। ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੋਈ ਬਹੁਤਾ ਸੁਨਹਿਰਾ ਨਹੀਂ ਨਜ਼ਰ ਆ ਰਿਹਾ। ਦ੍ਰੋਪਦੀ ਮੁਰਮੂ ਨੂੰ ਉਹਨਾਂ ਨੇ ਆਖਿਆ ਸੀ ਕਿ ਵੋਟ ਪਾਉਣੀ ਹੈ, ਮਨਪ੍ਰੀਤ ਯਾਲੀ ਨੇ ਬਗਾਵਤ ਕੀਤੀ ਹੈ। ਤੇ ਇਧਰੋਂ ਆਹ ਖਬਰਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ, ਪਹਿਲਾਂ ਵੀ ਕੁਝ ਵੱਡੇ ਆਗੂ ਉਹਨਾਂ ਨੂੰ ਛੱਡ ਚੁੱਕੇ ਹੈ। ਦਰਅਸਲ ਹਰਮੀਤ ਸਿੰਘ ਕਾਲਕਾ ਦੇ ਵੱਲੋਂ ਆਪਣਾ ਚੋਣ ਨਿਸ਼ਾਨ ਟੋਕਰੀ ਜਾਰੀ ਕਰਨ ਦੇ ਵਾਸਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦੇ ਵਿੱਚ ਹਰਨਾਮ ਸਿੰਘ ਧੁੰਮਾ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਇਹਦੇ ਇਲਾਵਾ ਬਾਦਲਾਂ ਦੇ ਨਾਲੋਂ ਨਾਤਾ ਤੋੜ ਚੁੱਕੇ ਨੇ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾ ਚੁੱਕੇ ਨੇ ਸੁਖਦੇਵ ਸਿੰਘ ਢੀਂਡਸਾ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ। ਇਹਦੇ ਨਾਲ ਬਾਦਲਾਂ ਦੇ ਇੱਕ ਹੋਰ ਕੱਟੜ ਵਿਰੋਧੀ ਮੰਨੇ ਜਾਂਦੇ ਹੈ ਹਰਿਆਣਾ ਗੁਰਦੁਆਰਾ ਕਮੇਟੀ ਦੇ ਮੁਖੀ ਬਲਜੀਤ ਸਿੰਘ ਦਾਦੂਵਾਲ।
ਇਹਨਾਂ ਦੇ ਨਾਲ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ, ਇਹ ਸਾਰੀਆਂ ਜਿੰਨੀਆਂ ਸ਼ਖਸੀਅਤਾਂ ਸੀ ਕਾਲਕਾ ਦੇ ਪ੍ਰੋਗਰਾਮ ਦੇ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕਰਨ ਵਾਸਤੇ ਪਹੁੰਚੀਆਂ। ਇਸ ਮੌਕੇ ਤੇ ਜਦੋਂ ਹਰਨਾਮ ਸਿੰਘ ਧੁੰਮਾ ਬੋਲੇ, ਭਾਵੇਂ ਉਹਨਾਂ ਨੇ ਬਾਦਲਾਂ ਦਾ ਨਾਮ ਨਹੀਂ ਲਿਆ, ਪਰ ਇਸ਼ਾਰਾ ਤੁਸੀਂ ਵੀ ਸਮਝ ਜਾਓਗੇ। ਬਾਦਲਾਂ ਦਾ ਨਾਮ ਲੈ ਬਗੈਰ ਜਦੋਂ ਉਹ ਸੰਬੋਧਨ ਕਰ ਰਹੇ ਸੀ, ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਜਿਹੜੇ ਸਿਧਾਂਤਾਂ ਲਈ ਪਾਰਟੀ ਦੀ ਸਥਾਪਨਾ ਕੀਤੀ ਸੀ, ਉਹਦੇ ਤੋਂ ਕਾਫੀ ਸਮੇਂ ਤੋਂ ਅਕਾਲੀ ਦਲ ਨੇ ਮੂੰਹ ਮੋੜ ਰਿਹਾ ਹੈ, ਜਿਸ ਕਰਕੇ ਪੰਥ ਨੂੰ ਕਾਫੀ ਨੁਕਸਾਨ ਹੋਇਆ ਹੈ। ਧੁੰਮਾ ਨੇ ਅੱਗੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਸਿਰਫ ਸੱਤਾ ਦੀ ਪ੍ਰਾਪਤੀ ਵਾਸਤੇ ਨਹੀਂ ਸੀ ਕੀਤਾ ਗਿਆ, ਸਗੋਂ ਮੁੱਖ ਮਕਸਦ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨਾ ਸੀ, ਸਿਧਾਂਤਾਂ ਦੇ ਉੱਤੇ ਪਹਿਰਾ ਦੇਣਾ ਸੀ, ਸਿਧਾਂਤਾਂ ਦਾ ਪ੍ਰਚਾਰ ਕਰਨਾ ਸੀ, ਪ੍ਰਸਾਰ ਕਰਨ ਦਾ ਕੰਮ ਸੀ। ਪਰ ਇਹ ਹੋ ਨਹੀਂ ਰਿਹਾ। ਉਹਨਾਂ ਇਹ ਵੀ ਕਿਹਾ ਕਿ ਵੱਖ-ਵੱਖ ਤਾਕਤਾਂ ਤੇ ਹੋਰ ਸਰਕਾਰੀ ਏਜੰਸੀਆਂ ਦੇ ਵੱਲੋਂ ਸਿੱਖ ਨੌਜਵਾਨਾਂ ਨੂੰ ਧਰਮ ਤਿਆਗ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਨਸ਼ੇ ਦੀ ਵਰਤੋਂ ਵੱਧ ਕੀਤੀ ਜਾਣ ਲੱਗ ਪਈ ਹੈ। ਅਕਾਲੀ ਦਲ ਨੂੰ ਇਸ ਦਾ ਸਭ ਤੋਂ ਮੁਕਾਬਲਾ ਡਟ ਕੇ ਕਰਨਾ ਚਾਹੀਦਾ ਸੀ, ਪਰ ਅਜਿਹਾ ਕਹਿੰਦੇ ਕੀਤਾ ਨਹੀਂ ਜਾ ਸਕਿਆ ਤੇ ਹੁਣ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਨੇ ਇਹ ਵੀ ਆਖਿਆ ਕਿ ਧਰਮ ਪਰਿਵਰਤਨ ਦੇ ਮੁੱਦੇ ਤੇ ਸਿੱਖਾਂ ਨੂੰ ਈਸਾਈ ਬਣਨ ਵੱਲ ਲੁਭਾਇਆ ਜਾ ਰਿਹਾ ਹੈ। ਤੇ ਇੱਥੇ ਜੇ ਮੈਂ ਟਿੱਪਣੀ ਕਰਨੀ ਹੋਵੇ ਕਿ ਜੇ ਭਾਈ ਈਸਾਈ ਪ੍ਰਚਾਰ ਕਰਦੇ ਨੇ, ਧੁੰਮਾ ਸਾਹਿਬ ਜਾਂ ਬਾਕੀ ਜਿੰਨੇ ਵੀ ਤੁਸੀਂ ਲੀਡਰ ਹੋ, ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਪ੍ਰਚਾਰ ਕਰਨ ਤੋਂ ਕਿਹਨੇ ਰੋਕਿਆ? ਜੇ ਤੁਸੀਂ ਪ੍ਰਚਾਰ ਕਰ ਸਕਦੇ ਹੋ, ਈਸਾਈ ਵੀ ਕਰ ਸਕਦੇ ਆ। ਤੁਸੀਂ ਇਹ ਦੇਖੋ ਕਿ ਸਾਡੇ ਪ੍ਰਚਾਰ 'ਚ ਕਿਹੜੀ ਕਮਜ਼ੋਰੀ ਹੈ ਕਿ ਸਾਡੇ ਵਾਲਾ ਪ੍ਰਚਾਰ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਸਾਨੂੰ ਛੱਡ ਕੇ ਉਹ ਈਸਾਈਆਂ ਵੱਲ ਜਾ ਰਹੇ ਆ। ਕਿਤੇ ਨਾ ਕਿਤੇ ਸਾਨੂੰ ਸੋਚਣਾ ਪਏਗਾ। ਸਾਡੇ ਵੀ ਸਕੂਲ ਚੱਲਦੇ ਆ, ਉਹਨਾਂ ਦੇ ਵੀ ਕਨਵੈਂਟ ਸਕੂਲ ਚੱਲਦੇ ਆ, ਕਿ ਸਾਡੀ ਪੜ੍ਹਾਈ 'ਚ ਕਿਹੜੀ ਕਮਜ਼ੋਰੀ ਆ ਜਿਹੜੀ ਸਾਡੇ ਸਕੂਲਾਂ ਦੀ ਬਜਾਏ ਲੋਕ ਕਨਵੈਂਟ ਸਕੂਲ 'ਚ ਬੱਚੇ ਨੂੰ ਪੜ੍ਹਾਉਣਾ ਪਸੰਦ ਕਰਦੇ ਆ। ਸਿੱਖ ਕੌਮ ਦੇ ਵੀ ਹਸਪਤਾਲ ਚੱਲਦੇ ਆ। ਹੁਣ CMC ਹਸਪਤਾਲ ਨੂੰ ਕੌਣ ਨਹੀਂ ਜਾਣਦਾ ਲੁਧਿਆਣੇ 'ਚ? ਲੋਕ ਕਹਿੰਦੇ ਨੇ ਅਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਕਰਨਾ, ਜਾਨ ਬਚਾਉਣੀ ਹੈ। ਭਾਈ ਇੱਥੇ ਨਹੀਂ, ਚਲੋ CMC ਲੈ ਚੱਲੀਏ। ਸਾਨੂੰ ਸੋਚਣਾ ਪਏਗਾ। ਦੂਸਰਿਆਂ ਵੱਲ ਉਂਗਲ ਕਰਨ ਤੋਂ ਪਹਿਲਾਂ ਆਪਣੀਆਂ ਕਮਜ਼ੋਰੀਆਂ ਲੱਭਣੀਆਂ ਪੈਣਗੀਆਂ, ਫਿਰ ਉਹ ਗਲਤੀਆਂ, ਉਹ ਖਾਮੀਆਂ, ਕਮਜ਼ੋਰੀਆਂ ਦੂਰ ਕਰਨੀਆਂ ਪੈਣਗੀਆਂ। ਉਹਨਾਂ ਨੇ ਕਾਲਕਾ ਨੂੰ ਸਿੱਖ ਕੈਦੀਆਂ ਦੀ ਰਿਹਾਈ ਲਈ ਕੰਮ ਕਰਨ ਵਾਸਤੇ ਵੀ ਆਖਿਆ ਤੇ ਨਾਲ ਜਿਹੜੇ ਧਰਮ ਪਰਿਵਰਤਨ ਹੋ ਰਹੇ ਨੇ ਇਹਦੇ ਵਿਰੁੱਧ ਕੰਮ ਕਰਨ ਵਾਸਤੇ ਵੀ ਆਖਿਆ। ਉਹਨਾਂ ਇੱਥੋਂ ਤੱਕ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਚੋਣਾਂ ਬੇਹੱਦ ਮਾਇਨੇ ਰੱਖਦੀਆਂ ਨੇ। ਇਸ ਦੌਰਾਨ ਉਹਨਾਂ ਨੇ ਕਾਲਕਾ ਦੀ ਪੰਥਕ ਕਾਰਜਾਂ 'ਚ ਪਾਏ ਯੋਗਦਾਨ ਦੀ ਸ਼ਲਾਘਾ ਵੀ ਕੀਤੀ। ਦੱਸਣਾ ਬਣਦਾ ਕਿ ਦਮਦਮੀ ਟਕਸਾਲ ਸਿੱਖ ਸਮੂਹਾਂ ਦਾ ਇਕੱਠ ਕਰਨ ਦੇ ਲਈ ਇੱਕ ਬਦਲਵਾਂ ਪਲੇਟਫਾਰਮ ਸੀ ਅਤੇ ਲੰਬੇ ਸਮੇਂ ਤੋਂ ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਦਾ ਵਿਰੋਧ ਵੀ ਕਰਦਾ ਸੀ। ਪਰ 2010 ਤੋਂ ਤਕਰੀਬਨ ਦਹਾਕਾ ਹੋ ਗਿਆ। 2010 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਫੀ ਨੇੜੇ ਹੋਇਆ ਤੇ ਨੇੜੇ ਹੀ ਹੁੰਦਾ ਚਲਾ ਗਿਆ। ਸਾਲ 2011 ਦੇ ਵਿੱਚ ਇਹਨਾਂ ਨੇ ਅਕਾਲੀ ਦਲ ਦੇ ਨਾਲ ਰਸਮੀ ਤੌਰ ਤੇ ਗੱਠਜੋੜ ਵੀ ਕੀਤਾ। ਬਰਗਾੜੀ ਦੀ ਬੇਅਦਬੀ, ਬਾਈਬਲ ਕਲਾਂ ਗੋਲੀ ਕਾਂਡ ਤੋਂ ਬਾਅਦ ਜਦੋਂ ਅਕਾਲੀ ਦਲ ਨੂੰ ਸਿੱਖਾਂ ਦੀ ਭਾਰੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ, ਟਕਸਾਲ ਦੇ ਬਿਆਨਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ, ਪਰ ਇਸ ਨੇ ਬਾਦਲਾਂ ਨਾਲ ਫਿਰ ਵੀ ਸੰਬੰਧ ਨਾ ਤੋੜੇ। ਹਾਲ ਹੀ ਦੇ ਵਿੱਚ ਹੋਈਆਂ ਪੰਜਾਬ ਚੋਣਾਂ 'ਚ ਵੀ ਟਕਸਾਲ ਦੀ ਅਗਵਾਈ ਵਾਲੇ ਸੰਤ ਸਮਾਜ ਨੇ ਮਾਰਚ 'ਚ ਕਾਲਕਾ ਨੇ ਇੱਕ ਤਖਤ ਪਲਟ ਦੀ ਅਗਵਾਈ ਕੀਤੀ ਸੀ, ਜਿਸ ਦੇ ਵਿੱਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੇ ਨਾਲ ਪਾਰਟੀ ਤੋਂ ਵਾਕਆਊਟ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ DSGMC ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਸਮਰਥਨ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ। ਭਾਵੇਂ ਕੁਝ ਵੀ ਹੋਵੇ, ਬਾਦਲਾਂ ਦੇ ਵਾਸਤੇ ਇੱਕ ਵੱਡਾ ਤੇ ਕਰਾਰਾ ਝਟਕਾ ਹੈ ਕਿ ਜਿਹੜੇ ਕਦੇ ਉਹਨਾਂ ਦੇ ਖਾਸ ਮਖਾਸ ਹੁੰਦੇ ਸੀ, ਹੁਣ ਉਹਨਾਂ ਦੇ ਕੱਟੜ ਵਿਰੋਧੀ ਦੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰ ਰਹੇ ਹੈ ਅਤੇ ਬਾਦਲਾਂ ਦਾ ਨਾਮ ਲੈ ਬਗੈਰ ਬਾਦਲਾਂ ਦੇ ਉੱਤੇ ਨਿਸ਼ਾਨੇ ਵਿੰਨ ਰਹੇ ਹੈ। ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਵੀ ਆਪਾਂ ਅੱਜ ਲੰਬੀ ਚੌੜੀ ਗੱਲਬਾਤ ਕੀਤੀ ਸੀ ਕਿ ਜੇਕਰ ਸੱਚਮੁੱਚ ਖੇਤਰੀ ਪਾਰਟੀ ਨੂੰ ਬਚਾਉਣਾ ਚਾਹੁੰਦੇ ਨੇ, ਜੇਕਰ ਇੱਕ ਖੇਤਰੀ ਪਾਰਟੀ ਨੂੰ ਮੁੜ ਤੋਂ ਮਜ਼ਬੂਤ ਕਰਨਾ ਚਾਹੁੰਦੇ ਨੇ, ਤਾਂ ਵੇਖਣਾ ਪਏਗਾ ਕਿ ਕੀ ਸਾਡੀ ਲੀਡਰਸ਼ਿਪ ਲੋਕਾਂ ਨੂੰ ਪਸੰਦ ਨਹੀਂ, ਕੀ ਸਾਡੀ ਕਾਰਜਸ਼ੈਲੀ ਲੋਕਾਂ ਨੂੰ ਪਸੰਦ ਨਹੀਂ, ਜਾਂ ਸਾਡੀ ਅਗਵਾਈ ਦੀ ਉਹ ਲੋੜ ਮਹਿਸੂਸ ਨਹੀਂ ਕਰ ਰਹੇ ਕਿ ਇਸ ਪਾਰਟੀ ਨੂੰ ਬਚਾਉਣਾ ਹੈ ਜਾਂ ਇਸ ਪਾਰਟੀ ਨੂੰ ਖਤਮ ਕਰਨਾ ਹੈ। ਇਹ ਤਾਂ ਉਹ ਦੇਖਣ, ਪਰ ਪੰਜਾਬ ਦੇ ਲੋਕਾਂ ਨੇ ਉਹਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਉਹ ਪੰਜਾਬ ਵਿਧਾਨ ਸਭਾ ਚੋਣਾਂ 'ਚ ਵੀ ਦਿਖਾਇਆ, ਉਹ ਸੰਗਰੂਰ ਦੀ ਜ਼ਿਮਨੀ ਚੋਣ 'ਚ ਵੀ ਦਿਖਾਇਆ, ਜੇ ਨਾ ਸੰਭਲੇ ਤਾਂ 24 'ਚ ਵੀ ਦਿਖਾਉਣਗੇ। ਕਦੇ ਸੱਤਾ 'ਚ ਰਹਿਣ ਵਾਲੀ ਪਾਰਟੀ ਸਿਰਫ 3 ਸੀਟਾਂ ਤੇ ਸਿਮਟ ਕੇ ਰਹਿ ਗਈ। ਸੋ ਸਿੱਖ ਸਿਆਸਤ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਸਮੀਕਰਨ ਬਣਨ ਦੀ ਸੰਭਾਵਨਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਬਿਗਲ ਕਿਸੇ ਵਕਤ ਵੀ ਵੱਜ ਸਕਦਾ ਹੈ। ਇਸ ਵਾਸਤੇ ਸਿੱਖ ਸਭਾ ਦੇ ਵਿੱਚ ਵਿਚਰਨ ਵਾਲੇ ਆਗੂਆਂ ਨੂੰ ਪੰਥਕ ਸਿਧਾਂਤਾਂ ਦੇ ਉੱਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਤੇ ਦੂਸਰਿਆਂ ਨੂੰ ਇਹ ਕਹਿਣਾ ਕਿ ਉਹ ਸਾਡੇ ਲੋਕਾਂ ਨੂੰ ਆਪਣੇ ਧਰਮ ਦੇ ਵਿੱਚ ਸ਼ਾਮਲ ਕਰ ਰਹੇ ਨੇ ਤੇ ਕੋਸ਼ਿਸ਼ ਕਰੋ ਕਿ ਉਹ ਧਰਮ ਛੱਡਣ ਵਾਸਤੇ ਮਜਬੂਰ ਕਿਉਂ ਹੋ ਰਹੇ ਨੇ। ਕਮੀਆਂ, ਖਾਮੀਆਂ, ਕਮਜ਼ੋਰੀਆਂ ਦੇਖੀਏ ਤੇ ਉਹਨਾਂ ਨੂੰ ਦਰੁਸਤ ਕਰੀਏ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।